ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ ਫੇਸਬੁੱਕ ਤੇ YouTube ਚੈਨਲ। ਦੋਸਤੋ ਆਪਣੀ ਵੀਡੀਓ ਹੁੰਦੀ ਹੈ ਕਿਆ ਹੋਏ ਨੇ, ਯਾਨੀ ਕਿ ਕੁਐਸਚਨ ਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ 8:30 ਵਜੇ YouTube ਤੋਂ ਤੇ ਅਗਲੇ ਦਿਨ Facebook ਤੇ ਰਿਲੀਜ਼ ਹੁੰਦੀ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਆ ਹੋਏ ਨੇ। ਆਰੂ ਚੌਹਾਨ ਲਿਖਦੇ ਨੇ, ਭਾਜੀ UK ਜਾਂ USA ਦਾ ਟੂਰਿਸਟ ਵੀਜ਼ਾ ਵਰਕ 'ਚ ਕਨਵਰਟ ਹੋ ਜਾਂਦਾ ਤੇ ਕਿੰਨਾ ਟਾਈਮ ਲੱਗਦਾ ਹੈ। ਦੋਸਤੋ UK ਦਾ ਟੂਰਿਸਟ ਵੀਜ਼ਾ ਵਰਕ ਦੇ ਵਿੱਚ ਕਨਵਰਟ ਨਹੀਂ ਹੁੰਦਾ, ਨਾ ਹੀ ਵਰਕ ਦੇ ਵਿੱਚ ਹੁੰਦਾ ਹੈ ਤੇ ਨਾ ਹੀ ਤੁਸੀਂ ਸਟੱਡੀ ਵੀਜ਼ਾ ਕਨਵਰਟ ਕਰ ਸਕਦੇ ਹੋ। ਇਹ ਫੈਸਿਲਿਟੀ ਸਿਰਫ ਤੁਹਾਨੂੰ ਆਸਟ੍ਰੇਲੀਆ ਤੇ ਕੈਨੇਡਾ ਦਿੰਦਾ ਹੈ। ਆਸਟ੍ਰੇਲੀਆ ਤੁਸੀਂ ਆਪਦੇ ਟੂਰਿਸਟ ਵੀਜ਼ੇ ਨੂੰ ਸਟੱਡੀ ਵੀਜ਼ਾ 'ਚ ਕਨਵਰਟ ਕਰ ਸਕਦੇ ਹੋ ਤੇ ਕੈਨੇਡਾ ਦੇ ਵਿੱਚ ਤੁਸੀਂ ਸਟੱਡੀ ਤੇ ਵੀ ਕਨਵਰਟ ਕਰ ਸਕਦੇ ਹੋ ਤੇ ਵਰਕ ਪਰਮਿਟ ਦੇ ਵਿੱਚ ਵੀ ਕਰ ਸਕਦੇ ਹੋ। UK ਦੇ ਵਿੱਚ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਕਿ ਤੁਸੀਂ ਆਪਦੇ ਟੂਰਿਸਟ ਵੀਜ਼ੇ ਨੂੰ ਵਰਕ ਪਰਮਿਟ ਜਾਂ ਸਟੱਡੀ 'ਚ ਕਨਵਰਟ ਕਰ ਸਕਦੇ ਹੈਗੇ ਹੋ। UK ਤਾਂ ਇੱਕੋ ਇੱਕ ਹੱਲ ਹੁੰਦਾ ਹੈ ਕਿ ਕੋਈ ਕੁੜੀ ਲੱਭ ਜੇ ਉੱਥੇ ਮੈਰਿਜ ਕਰ ਲਓ, ਫਿਰ ਰੁਕ ਸਕਦੇ ਹੋ, ਅਦਰਵਾਈਜ਼ ਨਹੀਂ। ਅਮਰੀਕਾ ਦੇ ਵਿੱਚ ਵੀ ਤੁਸੀਂ ਕਨਵਰਟ ਨਹੀਂ ਕਰ ਸਕਦੇ। ਅਮਰੀਕਾ ਦੇ ਵਿੱਚ ਅਸਾਈਲਮ ਲੱਗ ਜਾਂਦੀ ਹੈ, ਪੋਲੀਟੀਕਲ ਅਸਾਈਲਮ, ਜਿਹਨੂੰ ਆਪਾਂ ਰਾਜਸੀ ਸ਼ਰਨ ਕਹਿ ਦਿੰਦੇ ਹਾਂ। ਜ਼ਿਆਦਾਤਰ ਲੋਕ ਇੱਥੋਂ ਟੂਰਿਸਟ ਵੀਜ਼ਾ 'ਤੇ ਜਾਂਦੇ ਨੇ ਤੇ ਉੱਥੇ ਜਾ ਕੇ ਪੋਲੀਟੀਕਲ ਅਸਾਈਲਮ, ਪੰਜਾਬੀ ਜਿਹਨੂੰ ਆਪਾਂ ਰਾਜਸੀ ਸ਼ਰਨ ਕਹਿੰਦੇ ਆ, ਇਹ ਕਿਵੇਂ ਕਿਸ ਵਿਆਪ 'ਤੇ ਹੁੰਦੀ ਹੈ। ਆਪਾਂ ਨੂੰ ਇਹ ਸ਼ੋਅ ਕਰਨਾ ਪੈਂਦਾ ਹੈ ਕਿ ਇੰਡੀਆ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੈਗਾ, ਮੈਂ ਉੱਥੇ ਨਹੀਂ ਰਹਿ ਸਕਦਾ, ਇਸ ਕਰਕੇ ਮੈਨੂੰ ਇੱਥੇ ਨਾਗਰਿਕਤਾ ਦਿੱਤੀ ਜਾਵੇ। ਉਹ ਫਿਰ ਲੰਬਾ ਕੇਸ ਚੱਲਦਾ ਹੈ, ਅਦਾਲਤ ਦੇ ਵਿੱਚ ਕੇਸ ਲਾਉਣਾ ਪੈਂਦਾ ਹੈ, ਐਵੀਡੈਂਸ ਦੇਣੇ ਪੈਂਦੇ ਨੇ, ਹੈ ਨਾ। ਫਿਰ ਜਾ ਕੇ ਅਦਾਲਤ ਡਿਸਾਈਡ ਕਰਦੀ ਹੈ ਕਿ ਤੁਹਾਨੂੰ ਉੱਥੋਂ ਦੀ ਨਾਗਰਿਕਤਾ ਦੇਣੀ ਹੈ ਜਾਂ ਨਹੀਂ। ਪਹਿਲਾਂ ਤੁਹਾਨੂੰ ਗ੍ਰੀਨ ਕਾਰਡ ਮਿਲਦਾ ਹੈ, ਜਿਹਨੂੰ ਆਪਾਂ PR ਕਹਿ ਸਕਦੇ ਹਾਂ, ਅਤੇ ਕੁਛ ਟਾਈਮ ਬਾਅਦ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ, ਤੁਹਾਨੂੰ ਪਾਸਪੋਰਟ ਇਸ਼ੂ ਹੋ ਜਾਂਦਾ ਹੈ। ਸੋ ਇਹ ਸਾਰਾ ਪ੍ਰੋਸੈਸ ਹੈ। ਅਗਲਾ ਕਮੈਂਟ ਹੈ ਜੀ ਹਰਸ਼ ਦਾ, ਲਿਖਦੇ ਨੇ, ਹੈਲੋ ਸਰ, ਟਰੈਵਲ ਡੇਟ 31 ਮਾਰਚ ਹੈ, ਸੋ ਉਹ ਲੰਘ ਗਈ, ਅੱਜ ਤੋਂ ਕੋਈ ਨੈਗੇਟਿਵ ਪੁਆਇੰਟ ਤਾਂ ਨਹੀਂ ਬਣਦਾ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਇਹ ਜਿਹੜਾ ਟਾਈਮ ਜ਼ਿਆਦਾ ਲੱਗ ਰਿਹਾ, ਇਹ ਸਾਡੀ ਪ੍ਰੋਬਲਮ ਨਹੀਂ, ਐਮਬੈਸੀ ਦੀ ਪ੍ਰੋਬਲਮ ਹੈ। ਬੜੇ ਸਾਰੇ ਲੋਕਾਂ ਨਾਲ ਇਹ ਪ੍ਰੋਬਲਮ ਆ ਰਹੀ ਹੈਗੀ ਹੈ। ਸੋ ਜੇਕਰ ਥੋੜ੍ਹਾ ਟਾਈਮ ਲੱਗ ਜਾਂਦਾ, ਕੋਈ ਦਿੱਕਤ ਨਹੀਂ। ਵੀਜ਼ਾ ਤੁਹਾਡੀ ਪ੍ਰੋਫਾਈਲ 'ਤੇ ਲੱਗਣਾ ਹੁੰਦਾ, ਡੇਟ ਨਿਕਲਣ ਤੋਂ ਬਾਅਦ ਵੀ ਦੋਸਤੋ ਵੀਜ਼ਾ ਲੱਗ ਜਾਂਦਾ ਹੈ। ਸੋ ਘਬਰਾਉਣ ਦੀ ਲੋੜ ਨਹੀਂ, ਥੋੜ੍ਹਾ ਜਿਹਾ ਸਬਰ ਰੱਖ ਲਓ, ਰਿਜ਼ਲਟ ਜਿਹੜਾ ਤੁਹਾਡਾ ਆ ਜਾਏਗਾ। ਅਗਲਾ ਕਮੈਂਟ ਹੈ ਜੀ ਜੱਗੀ ਸੰਧੂ ਦਾ, ਲਿਖਦੇ ਨੇ, ਕੈਨੇਡਾ ਲੀਮੀਆ ਦੀ ਕਾਸਟ ਕੀ ਹੈ ਵੀਰ ਜੀ। ਮੈਂ ਬਹੁਤ ਵਾਰੀ ਪਹਿਲਾਂ ਦੱਸ ਚੁੱਕਿਆ ਜੀ, ਜਿਹੜੀ ਲੀਮੀਆ ਦੀ ਐਕਚੁਅਲ ਕਾਸਟ ਹੁੰਦੀ ਹੈ $5000। ਠੀਕ ਹੈ ਜੀ। ਅਤੇ ਇਸ ਤੋਂ ਅੱਗੇ ਫਿਰ ਵਪਾਰ ਸ਼ੁਰੂ ਹੁੰਦਾ ਹੈ। ਕੋਈ ਐਂਪਲਾਇਰ ਕਿੰਨੇ ਰੇਟ ਦੇ ਵਿੱਚ ਵੇਚ ਦਿੰਦਾ ਹੈ, ਕੋਈ ਕਿੰਨੇ ਰੇਟ 'ਤੇ ਵੀ ਵੇਚ ਦਿੰਦਾ ਹੈ। ਲੀਮੀਆ ਲੈਣ ਦੇ ਕਈ ਤਰੀਕੇ ਹੁੰਦੇ ਨੇ। ਜੇ ਤੁਸੀਂ ਕੋਈ ਯੂਨੀਕ ਵਰਕ ਕਰਦੇ ਹੋ, ਕਿਸੇ ਇੰਪਲਾਇਰ ਨੂੰ ਵਾਕਈ ਤੁਹਾਡੀ ਜ਼ਰੂਰਤ ਹੈਗੀ ਹੈ, ਤਾਂ ਉਹ ਤੁਹਾਨੂੰ ਫ੍ਰੀ ਆਫ ਕਾਸਟ ਵੀ ਲੀਮੀਆ ਦੇ ਸਕਦਾ। ਲਾਈਕ ਤੁਸੀਂ ਸੌਫਟਵੇਅਰ ਇੰਜੀਨੀਅਰ ਹੋ, ਤੁਸੀਂ ਸਿਵਲ ਇੰਜੀਨੀਅਰ ਹੈਗੇ ਹੋ, ਕਿਸੇ ਕੰਪਨੀ ਨੂੰ ਤੁਹਾਡੀ ਜ਼ਰੂਰਤ ਹੈ, ਉਹ ਤੁਹਾਨੂੰ ਫ੍ਰੀ ਆਫ ਕਾਸਟ ਲੀਮੀਆ ਵੀ ਦੇਵੇਗੀ ਅਤੇ ਨਾਲੇ ਟਿਕਟ ਦੇ ਪੈਸੇ ਵੀ ਤੁਹਾਨੂੰ ਪੇ ਕਰੇਗੀ। ਇਸ ਤੋਂ ਇਲਾਵਾ ਤੁਸੀਂ ਵਧੀਆ ਕੁੱਕ ਹੋ, ਕਿਸੇ ਨੇ ਰੈਸਟੋਰੈਂਟ ਓਪਨ ਕੀਤਾ, ਤੁਸੀਂ ਵਧੀਆ ਕੁੱਕ ਹੋ, ਉਹਦੀ ਜ਼ਰੂਰਤ ਹੈ, ਉਹ ਵੀ ਤੁਹਾਨੂੰ ਫ੍ਰੀ ਆਫ ਕਾਸਟ ਦੇ ਸਕਦਾ ਹੈ। ਦੂਜਾ, ਤੁਹਾਡਾ ਕੋਈ ਫਰੈਂਡ ਸਰਕਲ 'ਚ ਹੈ, ਤੁਹਾਨੂੰ ਕੋਈ ਜਾਣਦਾ ਹੈਗਾ, ਉਹਦਾ ਆਪਣਾ ਕੰਮ ਹੈ, ਉਹਨੇ ਜਿਹੜੀ ਲੀਮੀਆ ਦੀ ਕਾਸਟ ਤੁਹਾਡੇ ਕੋਲੋਂ ਲੈ ਲੈਣੀ ਹੈ ਅਤੇ ਤੁਹਾਨੂੰ LMI ਦੇ ਦੇਣੀ ਹੈ। ਤੀਜਾ ਸ਼ੁਰੂ ਹੁੰਦਾ ਹੈ ਕਿ ਤੁਸੀਂ ਮਾਰਕੀਟ ਤੋਂ ਚੱਕਦੇ ਹੋ। ਫਿਰ ਮਾਰਕੀਟ ਦੇ ਵਿੱਚ ਬਹੁਤ ਰੇਟ ਹੈ, ਕਿਉਂਕਿ ਇਹ ਪੱਕਾ ਹੋਣ ਦਾ ਸਭ ਤੋਂ ਬਿਹਤਰ ਤਰੀਕਾ ਹੈਗਾ। ਲੀਮੀਆ ਤੁਹਾਡੇ ਕੋਲ ਆ ਗਈ, ਤੁਹਾਡਾ ਵਰਕ ਪਰਮਿਟ ਕਨਵਰਟ ਹੋ ਜਾਣਾ, ਜਾਂ ਤੁਸੀਂ ਡਾਇਰੈਕਟ PR ਵੀ ਹੋ ਸਕਦੇ ਹੋ। ਸੋ ਫਿਰ ਮਾਰਕੀਟ ਦਾ ਦੋਸਤੋ ਬਹੁਤ ਰੇਟ ਹੈ। ਮਾਰਕੀਟ ਦਾ $40,000 ਤੋਂ ਲੈ ਕੇ $70-80,000 ਤੱਕ ਚਲੀ ਜਾਂਦੀ ਹੈਗੀ ਹੈ ਜੀ। ਅਗਲਾ ਕਮੈਂਟ ਹੈ ਜੀ ਜੱਸੀ ਚਾਹਲ ਦਾ, ਲਿਖਦੇ ਨੇ, ਸਰ ਆਈ ਐਮ ਸਰਵਿੰਗ Indian Army from last 6.5 years and I am married 6/2009 want to apply Australia tourist visa, is it favorable ਪ੍ਰੋਫਾਈਲ? ਯੈਸ, ਬਿਲਕੁਲ ਫੇਵਰੇਬਲ ਹੈ ਜੀ। ਤੁਸੀਂ 6.5 ਸਾਲ ਤੋਂ ਜੌਬ ਕਰਦੇ ਹੋ ਆਰਮੀ 'ਚ, ਤੁਹਾਡੀ ਸੈਲਰੀ ਨੈਚੁਰਲੀ 50,000 ਪਲੱਸ ਹੋਏਗੀ। ਜੇ ਤੁਹਾਡੀ 50,000 ਦੇ ਆਸ-ਪਾਸ ਸੈਲਰੀ ਹੈਗੀ ਹੈ, ਤੁਹਾਡੀ ਪ੍ਰੋਫਾਈਲ ਗੁੱਡ ਹੈ ਜੀ, ਆਸਟ੍ਰੇਲੀਆ ਵਾਸਤੇ ਵੀਜ਼ਾ ਮਿਲ ਜਾਏਗਾ। ਤੁਸੀਂ ਅਪਲਾਈ ਕਰ ਸਕਦੇ ਹੋ, ਸਾਡੀ ਸਰਵਿਸ ਵੀ ਲੈ ਸਕਦੇ ਹੋ। ਅਸੀਂ ਤੁਹਾਨੂੰ ਔਨਲਾਈਨ ਅਸਿਸਟ ਕਰਦੇ ਹਾਂ। ਤੁਸੀਂ ਕਿਤੇ ਵੀ ਸਰਵਿਸ ਕਰਦੇ ਹੋ, ਇੰਡੀਆ ਦੇ ਕਿਸੇ ਵੀ ਕੋਨੇ 'ਚ ਹੈਗੇ, ਉੱਥੋਂ ਸਾਨੂੰ ਤੁਸੀਂ ਈਮੇਲ 'ਤੇ ਆਪਣੇ ਪੇਪਰ ਭੇਜ ਕੇ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ, ਕਿਉਂਕਿ ਸਾਰਾ ਔਨਲਾਈਨ ਪ੍ਰੋਸੈਸ ਹੈ ਅਤੇ ਇਹਦੇ ਵਿੱਚ ਬਾਇਓਮੈਟ੍ਰਿਕ ਵੀ ਨਹੀਂ ਹੁੰਦਾ। ਸੋ ਜਿਸੇ ਜੀ ਤੁਸੀਂ ਆਪਦਾ ਪ੍ਰੋਫਾਈਲ ਭੇਜ ਕੇ, ਆਪਦੇ ਡਾਕੂਮੈਂਟ ਭੇਜ ਕੇ ਵੀਜ਼ਾ ਅਪਲਾਈ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਜੀਵਨ ਪ੍ਰੀਤ ਢਿੱਲੋਂ ਦਾ, ਸਰ ਟ੍ਰਾਂਜੈਕਸ਼ਨ ਇਜ਼ ਕੰਪਲਸਰੀ ਹੋਤੀ ਹੈ। ਬਿਲਕੁਲ ਜੀ, ਜੇ ਤੁਸੀਂ ਪ੍ਰੋਫਾਈਲ ਆਪਦੀ ਬਣਾ ਰਹੇ ਹੋ ਨਾ, ਇੱਕ ਪਾਸੇ ਤੁਸੀਂ ਰਿਟਰਨ ਭਰ ਦੋਗੇ 6 ਲੱਖ ਰੁਪਏ ਦੀ, ਅਤੇ
ਤੁਹਾਡੀ ਟ੍ਰਾਂਜੈਕਸ਼ਨ ਕੋਈ ਨਹੀਂ, ਵੈਰੀਫਾਈ ਕਿਵੇਂ ਹੋਏਗਾ? ਅੰਬੈਸੀ ਦੀ ਨਿਗਾਹ ਹਰ ਇੱਕ ਚੀਜ਼ ਤੇ ਹੁੰਦੀ ਹੈ, ਛੋਟੇ ਤੋਂ ਵੱਡੇ ਹਰ ਇੱਕ ਡਾਕੂਮੈਂਟ ਤੇ ਅੰਬੈਸੀ ਬਹੁਤ ਬਰੀਕੀ ਨਾਲ ਨਿਗਾਹ ਰੱਖਦੀ ਹੈ। ਜੇਕਰ ਤੁਸੀਂ ITR 6 ਲੱਖ ਦੀ ਭਰੀ ਹੈ ਤਾਂ ਤੁਹਾਡੇ ਕੋਲ ਟ੍ਰਾਂਜੈਕਸ਼ਨਾਂ ਘੱਟੋ ਘੱਟ 15-20 ਲੱਖ ਦੀਆਂ ਹੋਣੀਆਂ ਚਾਹੀਦੀਆਂ ਨੇ। ਇਸੇ ਕਰਕੇ ਮੈਂ ਕਹਿੰਦਾ ਕਿ ਤੁਹਾਨੂੰ ਅਕਾਊਂਟ ਮੇਨਟੇਨ ਕਰ ਲੈਣਾ ਚਾਹੀਦਾ। ਸੋ ਸਾਰੀ ਪ੍ਰੋਫਾਈਲ ਤੁਸੀਂ 1 ਸਾਲ ਦੇ ਵਿੱਚ ਜਿਹੜਾ ਹੈਗਾ ਦੋਸਤੋ ਮੇਨਟੇਨ ਕਰ ਸਕਦੇ ਹੋ। ਇਹਦੇ ਵਿੱਚ ਤੁਹਾਡਾ ਅਕਾਊਂਟ ਆ ਗਿਆ, ਟ੍ਰਾਂਜੈਕਸ਼ਨ ਆ ਗਈ, ITR ਆ ਗਈ, ਬਿਜ਼ਨਸ ਰਜਿਸਟ੍ਰੇਸ਼ਨ ਆ ਗਈ। ਅਗਲਾ ਕਮੈਂਟ ਹੈ ਜੀ ਲਵਪ੍ਰੀਤ ਗਿੱਲ ਦਾ, ਲਿਖਦੇ ਨੇ ਹੈਲੋ ਸਤਿ ਸ੍ਰੀ ਅਕਾਲ ਸਰ, ਮੇਰਾ ਬਿਜ਼ਨਸ 3 ਸਾਲ ਓਲਡ ਹੈ ਜੀ, ਗਰੋਸਰੀ ਸਟੋਰ ਹੈ ਔਰ ਫੀਡ ਦੀ ITR 22 ਲੱਖ ਹੈ ਜੀ, ਬੈਂਕ ਬੈਲੈਂਸ 5 ਲੱਖ ਹੈ ਜੀ, ਫਾਦਰ ਸਾਹਿਬ ਕੋਲ 8 ਲੱਖ ਹੈ ਜੀ, ਪ੍ਰਾਪਰਟੀ ਵੈਲਿਊਏਸ਼ਨ 1 ਕਰੋੜ 91 ਲੱਖ ਹੈ ਜੀ, ਤੇ ਦੁਬਈ ਦੇ ਟਰੈਵਲ ਕੀਤਾ ਹੋਇਆ ਹੈ, ਸਿੰਗਾਪੁਰ ਜਾਣਾ ਸੀ, ਬਾਅਦ 'ਚ ਸ਼ੈਨਿੰਗਨ ਲਗਵਾਉਣਾ ਹੈ, ਤੁਹਾਡੇ ਕੋਲੋਂ ਹੋ ਜਾਏਗਾ। ਬਿਲਕੁਲ ਜੀ, ਤੁਹਾਡੀ ਬਹੁਤ ਵਧੀਆ ਪ੍ਰੋਫਾਈਲ ਹੈ ਲਵਪ੍ਰੀਤ ਜੀ, ਤੁਸੀਂ ਆ ਜਾਓ ਕਿਸੇ ਦਿਨ, ਆਪਾਂ ਬੈਠ ਕੇ ਗੱਲ ਕਰ ਲਾਂਗੇ ਤੁਹਾਡੀ ਪ੍ਰੋਫਾਈਲ ਤੇ ਦੇਖ ਲਾਂਗੇ। ਦੋਸਤੋ ਵੀਜ਼ਾ ਜਿਹੜਾ ਹੈਗਾ ਤੁਹਾਡੀ ਪ੍ਰੋਫਾਈਲ ਨੂੰ ਲੱਗਣਾ ਹੁੰਦਾ ਹੈ, ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਵੀਜ਼ਾ ਲੱਗ ਜਾਂਦਾ ਹੈਗਾ। ਸੋ ਪ੍ਰੋਫਾਈਲ ਤੁਹਾਡੀ ਗੁੱਡ ਹੈ ਜੀ, 22 ਲੱਖ ਦੀ ਰਿਟਰਨ ਭਰ ਰਹੇ ਹੋ ਤੁਸੀਂ, ਬਹੁਤ ਵਧੀਆ, ਵੀਜ਼ਾ ਤੁਹਾਡਾ ਕਿਸੇ ਵੀ ਕੰਟਰੀ ਦਾ ਲੱਗ ਜਾਏਗਾ। ਤੁਸੀਂ ਲਵਪ੍ਰੀਤ ਜੀ ਕਿਸੇ ਦਿਨ ਆ ਕੇ ਮਿਲ ਲਿਓ। अगला कमेंट है जी परमजीत कौर दा, ECR पासपोर्ट कनेडा का वर्क परमिट मिल जाता है। बहुत वधिया क्वेश्चन है जी ਤੁਹਾਡਾ, बहुत वधिया सवाल ਤੁਸੀਂ ਪੁੱਛਿਆ ਹੈਗਾ। देखो ECR ਦਾ ਮਤਲਬ ਹੈ ਕਿ ਤੁਸੀਂ ਪੜ੍ਹੇ ਲਿਖੇ ਨਹੀਂ ਹੈਗੇ, ਤੁਹਾਡੀ ਕੁਆਲੀਫਿਕੇਸ਼ਨ ਨਹੀਂ ਹੈ, ਤੁਸੀਂ ਅੰਡਰ ਮੈਟ੍ਰਿਕ ਹੈਗੇ ਹੋ। ਸੋ ਤੁਸੀਂ ਫਾਰਮ ਵਰਕਰ ਦਾ ਤਾਂ ਲੈ ਸਕਦੇ ਹੋ, ਪਰ ਹੋਰ ਜਿਹੜੇ ਵਰਕ ਪਰਮਿਟ ਨੇ B ਕੈਟਾਗਰੀ, A ਕੈਟਾਗਰੀ ਜਾਂ O ਕੈਟਾਗਰੀ ਹੈ ਨਾ, ਜਿਹਦੇ ਜਿਵੇਂ ਕੁੱਕ ਹੋ ਗਏ, ਆਫਿਸ ਐਡਮਿਨ ਹੋ ਗਏ, ਇਹ ਤੁਸੀਂ ਨਹੀਂ ਲੈ ਸਕਦੇ। ਹਾਂ ਫਾਰਮ ਵਰਕਰ ਦਾ ਲੱਗ ਜਾਏਗਾ, ਫਾਰਮ ਵਰਕਰ ਵਾਸਤੇ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ, ਜਸਟ ਤੁਹਾਡਾ ਜਿਹੜਾ ਹੈਗਾ ਐਕਸਪੀਰੀਅੰਸ ਚਾਹੀਦਾ ਹੁੰਦਾ। ਫਾਰਮ ਵਰਕਰ ਹੋ ਗਿਆ ਜਾਂ C ਕੈਟਾਗਰੀ ਦੇ ਹੋਰ ਕੰਮ ਜਿਵੇਂ ਕੰਸਟਰਕਸ਼ਨ ਵਰਕਰ ਹੋ ਗਏ, ਪੈਟ ਗਰੂਮਰ ਹੋ ਗਏ, ਐਨੀਮਲ ਕੇਅਰ ਟੇਕਰ ਹੋ ਗਏ, ਫਾਰਮ ਵਰਕਰ ਹੋ ਗਏ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੈਟਾਗਰੀਜ਼ ਨੇ ਇਹ ਤੁਸੀਂ ECR ਪਾਸਪੋਰਟ ਤੇ ਵੀ ਲੈ ਸਕਦੇ ਹੋ ਜੀ, ਬਸ਼ਰਤੇ ਤੁਸੀਂ ਬਾਕੀ ਦੀਆਂ ਸ਼ਰਤਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਦੇ ਹੋਣੇ ਚਾਹੀਦੇ ਹੋ। ਪ੍ਰਿੰਸ ਮਹਿਤਾ ਲਿਖਦੇ ਨੇ ਵੀਰ ਜੀ, ਮੈਂ UK ਦੀ ਬਾਇਓਮੈਟ੍ਰਿਕ 23 ਫਰਵਰੀ ਨੂੰ ਹੋਈ ਸੀ, ਹਾਲੇ ਤੱਕ ਕੋਈ ਰਿਪਲਾਈ ਨਹੀਂ ਆਇਆ ਜੀ ਐਮਬੈਸੀ ਵੱਲੋਂ, ਇੰਨਾ ਟਾਈਮ ਲੈ ਰਹੇ ਨੇ ਜੀ, ਵਿਦਡਰਾ ਕਰਵਾ ਲਵਾਂ, ਵੀਜ਼ਾ ਸਕਸੈਸ ਰੇਟ ਕੀ ਚੱਲ ਰਿਹਾ ਹੈ ਜੀ UK ਵਿਜ਼ਿਟ ਵੀਜ਼ਾ ਦਾ, ਜ਼ਰੂਰ ਦੱਸਿਓ। UK ਵੀਰੇ ਲਾ ਰਿਹਾ 40 ਤੋਂ 50 ਦਿਨ ਲਾ ਰਿਹਾ ਹੈਗਾ, ਸੋ ਵੇਟ ਕਰ ਲਓ, 40 ਤੋਂ 50 ਦਿਨਾਂ 'ਚ ਆ ਜਾਏਗਾ ਵੀਜ਼ਾ। ਅੱਛਾ ਹੈ ਸਕਸੈਸ ਰੇਟ, ਜੇ ਡਿਪੈਂਡ ਤੁਹਾਡੀ ਪ੍ਰੋਫਾਈਲ ਤੇ ਕਰਦਾ, ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ ਤਾਂ ਸਕਸੈਸ ਰੇਟ ਚੰਗਾ ਹੈ। ਅਗਲਾ ਕਮੈਂਟ ਹੈ ਜੀ ਸੈਮ ਗੁੱਜਰ ਦਾ, ਲਿਖਦੇ ਨੇ ਸਰ ਮੇਰੀ ਇੱਕ ਫਰਮ ਹੈ, ਮੇਰੀ ਏਜ 32 ਈਅਰ ਦੀ ਹੈਗੀ ਹੈ ਜੀ, ਮੇਰੇ ਕੋਲ 1 ਸਾਲ ਦੇ 8 ਲੱਖ ਦੇ ਜੇ ਫਾਰਮ ਹੈਗੇ ਜੀ, ਜੇ ਫਾਰਮ ਦੀ ਸਾਰੀ ਪੇਮੈਂਟ ਮੇਰੇ ਅਕਾਊਂਟ ਦੇ ਵਿੱਚ ਆਉਂਦੀ ਹੈ ਜੀ, ਅਕਾਊਂਟ ਦੀ ਸਟੇਟਮੈਂਟ ਲਾਸਟ 6 ਮੰਥ ਦੀ 19-20 ਲੱਖ ਦੀ ਹੈ ਜੀ, 7 ਏਕੜ ਜ਼ਮੀਨ ਹੈ ਜੀ, ਕੋਈ ਟਰੈਵਲ ਹਿਸਟਰੀ ਨਹੀਂ ਹੈ ਜੀ, ਡਿਪਾਰਟਮੈਂਟ ਆਫ ਇੰਡਸਟਰੀ ਐਂਡ ਕਮਰਸ ਹਰਿਆਣਾ ਤੋਂ ਰਜਿਸਟਰਡ ਹੈ ਜੀ, ਸੁਸਾਇਟੀ ਹੈ ਜੀ, US ਵਿੱਚ 9 ਮੈਂਬਰ ਹੈਗੇ हैं जी, US सोसाइटी ਦਾ परमानेंट मैं खुद प्रेसिडेंट मैं खुद हाँ जी। सोसाइटी में हम हमारे एग्रीकल्चर इम्प्लीमेंट सब्सिडरी में गवर्नमेंट से लिया है जी, सोसाइटी का पैन कार्ड बनवाया है और करंट अकाउंट भी अच्छा है। करंट अकाउंट 20 ਲੱਖ ਰੁਪਏ ਦੇ ਉੱਪਰ ਲੈਣ ਦੇਣ ਹੈ ਜੀ, बट कोई भी ITR नहीं है, मेरे पास कोई भी स्पॉन्सरशिप नहीं है जी। क्या मेरा कनेडा का टूरिस्ट ਵੀਜ਼ਾ ਲੱਗ ਸਕਦਾ ਜੀ? ਦੇਖੋ ਬ੍ਰਦਰ, ਤੁਹਾਡਾ ਜੇ ਸੁਸਾਇਟੀ ਦੇ ਵਿੱਚ ਨਾਮ ਹੈਗਾ ਤਾਂ ਤੁਹਾਡੀ ITR ਹੋਣੀ ਜ਼ਰੂਰੀ ਹੈ। ਤੁਹਾਡਾ ਇਨਕਮ ਇਕੱਲੇ ਨਾ ਪਾਉਣ ਨਾਲ ਕੁਝ ਨਹੀਂ ਹੁੰਦਾ। ਬੜੇ ਲੋਕ ਆ ਜਾਂਦੇ ਨੇ ਕਿ ਅਸੀਂ ਕੰਪਨੀਆਂ ਦੇ ਵਿੱਚ ਪ੍ਰਾਈਵੇਟ ਲਿਮਿਟਡ ਕੰਪਨੀ ਡਾਇਰੈਕਟਰ ਹੈਗੇ ਆ ਜੀ, ਅਸੀਂ ਸਾਡੀ ਇਹ ਫਲਾਣੀ ਕੰਪਨੀ ਚੱਲਦੀ ਹੈ, ਪਰ ਕੰਪਨੀ ਦੇ ਪੱਲੇ ਵੀ ਕੁਝ ਹੋਣਾ ਚਾਹੀਦਾ ਨਾ, ਤੇ ਤੁਹਾਡੀ ਇਨਕਮ ਵੀ ਹੋਣੀ ਚਾਹੀਦੀ, ਇਨਕਮ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਕੰਪਨੀ ਦੇ ਡਾਇਰੈਕਟਰ ਹੋ, ਕਿਸੇ ਤੁਸੀਂ ਸੁਸਾਇਟੀ ਦੇ ਮੈਂਬਰ ਹੋ, ਪਾਰਟਨਰ ਹੈਗੇ ਹੋ, ਤੁਸੀਂ ਪ੍ਰੈਜ਼ੀਡੈਂਟ ਹੈਗੇ ਹੋ, ਤੁਸੀਂ ਟਰਸਟੀ ਹੋ ਕਿਸੇ ਟਰਸਟ ਦੇ, ਤੁਹਾਡੀ ਇਨਕਮ ਕੀ ਹੈਗੀ ਹੈ, ਗੱਲ ਤਾਂ ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਹੈ। ਸੋ ਤੁਹਾਡੀ ਇਨਕਮ ਹੋਣੀ ਜ਼ਰੂਰੀ ਹੈ, ITR ਤੋਂ ਬਿਨਾਂ ਵੀਜ਼ਾ ਨਹੀਂ ਲੱਗਣਾ ਜੀ। ਔਰ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਦਾ ਦੋਸਤੋ, ਸਾਰੇ ਵਿਊਅਰ ਵਾਸਤੇ ਮੇਰੀ ਇੱਕ ਜਿਹੜੀ ਹੈਗੀ ਆ ਅਪੀਲ ਹੈ, ਤੁਹਾਨੂੰ ਮੈਂ ਇੱਕ ਸੁਜੈਸ਼ਨ ਦੇਣੀ ਚਾਹੁੰਦਾ ਕਿ ਜਿਨ੍ਹਾਂ ਬੰਦਿਆਂ ਨੇ ITR ਨਹੀਂ ਭਰੀ, ਅੱਜ ਦੇ ਕੱਲ੍ਹ ਦਾ ਦਿਨ ਤੁਹਾਡੇ ਕੋਲ ਹੈ, 31 ਮਾਰਚ ਤੱਕ ਤੁਸੀਂ ਆਪਦੀ ਰਿਟਰਨ ਭਰ ਸਕਦੇ ਹੋ। ਤੁਸੀਂ ਸਾਲ ਦੇ ਵਿੱਚ ਵੀ ਆਪਣੀ ਪ੍ਰੋਫਾਈਲ ਬਣਾ ਸਕਦੇ ਹੋ, ਤੇ ਹੁਣ ਤੁਸੀਂ 2 ਮਹੀਨੇ 'ਚ ਬਣਾ ਸਕਦੇ ਹੋ। ਕਿਉਂ? ਕਿਉਂਕਿ 2 ਰਿਟਰਨਾਂ ਚਾਹੀਦੀਆਂ ਹੁੰਦੀਆਂ ਨੇ ਟੂਰਿਸਟ ਵੀਜ਼ਾ ਲਈ। ਇੱਕ ਆਪਾਂ ਜਿਹੜਾ ਹੈਗਾ 30 ਤਰੀਕ ਦਾ QNA ਕਰ ਰਹੇ, ਕੱਲ੍ਹ ਨੂੰ 31, ਕੱਲ੍ਹ ਲਾਸਟ ਡੇਟ ਹੈਗੀ ਹੈ।
ਠੀਕ ਹੈ ਜੀ। ਇੱਕ 30 ਦਾ ਕਿਹਾ ਹੋਇਆ ਮਤਲਬ 30 ਨੂੰ ਤੇ 31 ਨੂੰ 2 ਦਿਨ ਤੁਹਾਡੇ ਕੋਲ ਹੈਗੇ, ਤੁਸੀਂ ਆਪਦਾ ਅਪਲਾਈ ਕਰ ਸਕਦੇ ਹੋ, ਆਪਦੀ ਪ੍ਰੋਫਾਈਲ ਬਣਾ ਸਕਦੇ ਹੋ, ਆਪਦੀ ਰਿਟਰਨ ਭਰ ਸਕਦੇ ਹੋ। ਜੇ 31 ਤਰੀਕ ਖੁੰਝ ਗਏ ਫਿਰ ਤੁਹਾਨੂੰ 1 ਸਾਲ ਵੇਟ ਕਰਨੀ ਪਏਗੀ 2 ਰਿਟਰਨਾਂ ਵਾਸਤੇ, ਠੀਕ ਹੈ ਜੀ। ਸੋ ਜਿਹੜੇ ਬੰਦੇ ਹਲੇ ਵੀ ਖੁੰਝੇ ਨੇ, ਪ੍ਰੋਫਾਈਲ ਨਹੀਂ ਬਣੀ, ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ, ਤੁਹਾਡੀ ਹੈਲਪ ਕਰ ਦਾਂਗੇ, ਜਾਂ ਤੁਸੀਂ ਆਪਦੀ ਪ੍ਰੋਫਾਈਲ ਆਪ ਬਣਾ ਸਕਦੇ ਹੋ, ਆਪਦੀ ਰਿਟਰਨਾਂ ਭਰ ਸਕਦੇ ਹੋ। ਰਿਟਰਨ ਟੈਕਸੇਬਲ ਹੋਣੀ ਚਾਹੀਦੀ, ਇਹ ਨਹੀਂ ਕਈ ਸਾਡੇ ਕੋਲ ਆ ਜਾਂਦੇ ਮੈਂ ਰਿਟਰਨ ਭਰੀ ਹੋਈ ਹੈ 2.5 ਲੱਖ ਦੀ ਰਿਟਰਨ ਹੈ, ਕਿਸੇ ਦੀ 3 ਦੀ ਹੈ, ਕਿਸੇ ਦੀ 4 ਹੈ, ਕਿਉਂਕਿ ਜਿਹੜੇ ਅਕਾਊਂਟੈਂਟ ਨੇ ਜਾਂ ਸੀਏ ਨੇ ਉਹ ਨਹੀਂ ਤੁਹਾਨੂੰ ਰਿਟਰਨ ਭਰਨ ਦਿੰਦੇ, ਉਹ ਡਰਾ ਦਿੰਦੇ ਨੇ ਕਿ ਤੁਹਾਡਾ ਐਂ ਹੋ ਜਾਊਗਾ ਜੀ 1 ਲੱਖ ਤੁਸੀਂ ਕਿਵੇਂ ਰਿਟਰਨ ਬਣਾ ਲਈ, ਹੈ ਨਾ। ਸੋ ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਸੀਏ ਤੇ ਜਿਹੜਾ ਅਕਾਊਂਟੈਂਟ ਹੈ ਇਹਨਾਂ ਨਾਲ ਸਾਡੀ ਬਹੁਤ ਲੱਗਦੀ, ਕਿਉਂਕਿ ਇਹ ਸਾਡੀ ਗੱਲ ਨਹੀਂ ਮੰਨਦੇ। ਬਾਹਰ ਜਾਣ ਵਾਸਤੇ ਤੁਹਾਨੂੰ ITR ਵਧੀਆ ਹੋਣੀ ਚਾਹੀਦੀ ਹੈ ਤੇ ਇਹ ਤੁਹਾਨੂੰ ਵਧੀਆ ਨਹੀਂ ਭਰਨ ਦਿੰਦੇ। ਸੋ ਵਧੀਆ ITR ਭਰੋ, ਟੈਕਸੇਬਲ ITR ਭਰੋ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਹੈਗੀ ਤੁਹਾਨੂੰ ਨਾ ਆਵੇ। ਅਗਲਾ ਹੈ ਜੀ ਸਿੰਘ ਸਾਹਿਬ ਦਾ ਕਮੈਂਟ ਹੈ, ਲਿਖਦੇ ਨੇ ਹਾਂਜੀ ਸਰ ਮੇਰਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਜੀ 10 ਦਸੰਬਰ 2021 ਨੂੰ ਬਾਇਓਮੈਟ੍ਰਿਕ ਹੋਈ ਹੈ, ਕੋਈ ਚਾਂਸ ਹੈਗਾ ਰਿਜ਼ਲਟ ਆਉਣ ਦੇ? ਫਾਈਲ ਦੁਬਾਰਾ ਅਪਲਾਈ ਕਰੀਏ, ਸਪਾਂਸਰ ਦੀ ਡੇਟ 30 ਮਾਰਚ ਹੈ ਜੀ। 15 ਅਪ੍ਰੈਲ ਤੱਕ ਦੇਖ ਲਓ ਤੁਸੀਂ, 15 ਅਪ੍ਰੈਲ ਤੱਕ ਰਿਜ਼ਲਟ ਆਉਣ ਦੀ ਜੋ ਆਪਣੀ ਉਮੀਦ ਹੈਗੀ ਹੈ ਜੀ। ਜੇ 15 ਅਪ੍ਰੈਲ ਤੱਕ ਨਹੀਂ ਆਉਂਦਾ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਤੇਜਪਾਲ ਦਾ ਅਗਲਾ ਕਮੈਂਟ ਹੈ ਜੀ, ਸਰ ਆਈ ਹੈਵ ਗॉट 2 ਮੇਲ, one status has been changed and other your application is waiting for you, sir what is the meaning these 2 mail, please tell me these mail are give benefit to us? ਨਹੀਂ, ਇਹਨਾਂ ਦਾ ਬੈਨੀਫਿਟ ਕੋਈ ਨਹੀਂ ਹੁੰਦਾ ਜੀ। ਜਦੋਂ ਤੁਹਾਡੀ GCK ਬਣਦੀ ਹੈ ਜਿਹਦੇ ਵਿੱਚ ਤੁਹਾਡੀ ਫਾਈਲ ਲੱਗਦੀ ਹੈ, ਆਨਲਾਈਨ ਫਾਈਲ 2 ਤਰੀਕੇ ਨਾਲ ਲੱਗਦੀ ਹੈ, ਇੱਕ ਤੁਸੀਂ ਨਿਊ ਪੋਰਟਲ ਦੇ ਵਿੱਚ ਲਾ ਸਕਦੇ ਹੋ ਤੇ ਇੱਕ ਤੁਹਾਨੂੰ GCK ਅਕਾਊਂਟ ਕ੍ਰੀਏਟ ਕਰਨਾ ਪੈਂਦਾ, ਉਹਦੇ ਵਿੱਚ ਫਾਈਲ ਲੱਗਦੀ ਹੈ। ਜੇ ਫਾਈਲ ਤੁਹਾਡੀ GCK ਦੇ ਵਿੱਚ ਲੱਗੀ ਹੋਈ ਹੈ, ਜਿਹੜੀ ਮੇਲ ਉਹਦੇ ਵਿੱਚ ਪਾਈ ਤੁਸੀਂ ਹੁੰਦੀ ਹੈ, ਜਦੋਂ ਤੁਹਾਡੇ ਕੋਈ ਅਪਡੇਟ ਹੋਈ ਹੈ GCK ਦੇ ਵਿੱਚ, ਤੁਹਾਡਾ ਹੋ ਸਕਦਾ ਰਿਜ਼ਲਟ ਆ ਗਿਆ ਹੋਵੇ, ਹੋ ਸਕਦਾ ਤੁਹਾਡਾ ਕੁਛ ਅਪਡੇਟ ਹੋਇਆ ਹੋਵੇ, ਹੋ ਸਕਦਾ ਤੁਹਾਡੇ ਤੋਂ ਕੋਈ ਪੇਪਰ ਮੰਗੇ ਹੋਣ। ਸੋ ਇਹ ਮੇਲ ਉਦੋਂ ਆਉਂਦੀ ਹੈ, ਸੋ ਤੁਹਾਨੂੰ ਆਪਣੀ GCK ਖੋਲ੍ਹ ਕੇ ਚੈੱਕ ਕਰ ਲੈਣੀ ਚਾਹੀਦੀ ਹੈ ਕਿ ਮੈਨੂੰ ਕਿਹੜੇ ਪੇਪਰ ਮੰਗੇ ਨੇ ਜਾਂ ਕੀ ਦਿੱਕਤ ਹੈ। ਸੋ ਦੋਸਤੋ ਇਹ ਸੀਗੇ ਤੁਹਾਡੇ ਅੱਜ ਦੇ ਕਮੈਂਟ, ਤੁਹਾਡੇ ਸਵਾਲ ਤੇ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਲਾਈਕ ਕਰੋ, ਮੇਰਾ ਪੇਜ ਲਾਈਕ ਕਰੋ ਔਰ ਮੈਨੂੰ ਸਬਸਕ੍ਰਾਈਬ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਆਪਦਾ ਕੇਸ ਡਿਸਕਸ ਕਰਨ ਲਈ, ਕੇਸ ਅਪਲਾਈ ਕਰਨ ਲਈ ਮੈਨੂੰ ਆ ਕੇ ਮਿਲ ਸਕਦੇ ਹੋ। ਸਾਡੇ 5 ਆਫਿਸ ਨੇ, ਤੁਸੀਂ ਸਾਨੂੰ ਮੋਹਾਲੀ, ਬਰਨਾਲਾ, ਮੁਕਤਸਰ, ਜਲੰਧਰ ਜਾਂ ਅੰਮ੍ਰਿਤਸਰ ਕਿਤੇ ਵੀ ਮਿਲ ਸਕਦੇ ਹੋ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਅਪਾਇੰਟਮੈਂਟ ਬਣਾਉਣ ਲਈ, ਮਿਲਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।